ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਡੇ ਦੂਜੇ ਅਧਿਆਏ ਸਟ੍ਰਿੰਗ ਹੈਂਡਲਿੰਗ ਫੰਕਸ਼ਨਸ ਦੀ ਦੂਜੀ ਵੀਡੀਓ ਨੂੰ ਸ਼ੁਰੂ ਕਰਾਂਗੇ। ਜਿਵੇਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਸਟ੍ਰਿੰਗ ਹੈਂਡਲਿੰਗ ਫੰਕਸ਼ਨਸ ਦੇ ਬਾਰੇ ਪੜ੍ਹਿਆ ਹੈ, ਉਹਨਾਂ ਨੂੰ ਕਿਵੇਂ ਸਟਾਰਟ ਕੀਤਾ ਜਾ ਸਕਦਾ ਹੈ ਅਤੇ ਕਿਵੇਂ ਉਹਨਾਂ ਨੂੰ ਡਿਕਲੇਅਰ ਐਂਡ ਇਨੀਸ਼ੀਅਲਾਈਜ਼ ਕੀਤਾ ਜਾ ਸਕਦਾ ਹੈ। ਹੁਣ ਅਸੀਂ ਪੇਜ ਨੰਬਰ 16 'ਤੇ ਇਨਪੁਟ ਆਊਟਪੁੱਟ ਗੈਟ ਕਰੈਕਟਰ ਪੁੱਟ ਕਰੈਕਟਰ ਐਂਡ ਪ੍ਰਿੰਟਐਫ ਬਾਰੇ ਜਾਣਾਂਗੇ। ਇਹ ਇਨਪੁਟ ਆਊਟਪੁੱਟ ਫਾਰਮੈਟ ਲਈ ਫੰਕਸ਼ਨਸ ਪ੍ਰਿੰਟਐਫ ਐਂਡ ਸਕੈਨਐਫ ਵਰਤਿਆ ਜਾਂਦਾ ਹੈ। ਗੈਟ ਕਰੈਕਟਰ ਐਂਡ ਪੁੱਟ ਕਰੈਕਟਰ ਸੀ ਦੇ ਬੁਨਿਆਦੀ ਇਨਪੁਟ ਆਊਟਪੁੱਟ ਲਾਇਬ੍ਰੇਰੀ ਫੰਕਸ਼ਨਸ ਹਨ। ਗੈਟ ਕਰੈਕਟਰ ਇਹ ਇੱਕ ਸਟੈਂਡਰਡ ਇਨਪੁਟ ਆਊਟਪੁੱਟ ਜਿਵੇਂ ਕਿ ਕੀਬੋਰਡ ਤੋਂ ਇੱਕ ਚਿੰਨ੍ਹ ਇੱਕ ਕਰੈਕਟਰ ਲੈਂਦਾ ਹੈ। ਜਦੋਂ ਵੀ ਇਸ ਨੂੰ ਕਾਲ ਕੀਤਾ ਜਾਂਦਾ ਹੈ ਅਤੇ ਉਸੇ ਚਿੰਨ੍ਹ ਨੂੰ ਫੰਕਸ਼ਨ ਦੇ ਮੁੱਲ ਵਜੋਂ ਵਾਪਸ ਭੇਜਦੇ ਹਾਂ, ਇਸ ਉਪਰੰਤ ਖਾਲੀ ਅੱਖਰ \0 ਨੂੰ ਵਾਪਸ ਮੋੜਦਾ ਹੈ ਜੋ ਕਿ ਨਲ ਜਦੋਂ ਉਹ ਫਾਈਲ ਦੇ ਅੰਤ 'ਤੇ ਪੁੱਜ ਜਾਂਦਾ ਹੈ ਜਿਹੜਾ ਇਹ ਪੜ੍ਹਦਾ ਹੈ। ਪੁੱਟ ਕਰੈਕਟਰ ਕੀ ਹੈ? ਇਹ ਫੰਕਸ਼ਨ ਇੱਕ ਸਮੇਂ 'ਤੇ ਇੱਕ ਕਰੈਕਟਰ ਨੂੰ ਸਟੈਂਡਰਡ ਆਊਟਪੁੱਟ 'ਤੇ ਭੇਜਦਾ ਹੈ। ਮਿਸਾਲ ਲਈ ਹੇਠ ਲਿਖੇ ਪ੍ਰੋਗਰਾਮ 'ਤੇ ਵਿਚਾਰ ਕਰੋ। ਇਸ ਵਿੱਚ ਅਸੀਂ ctype.h ਹੈਡਰ ਫਾਈਲ ਦੀ ਵਰਤੋਂ ਕਰਾਂਗੇ। ਇਹ ਹੈਡਰ ਫਾਈਲ ਕਿਸੇ ਵੀ ਕਰੈਕਟਰ ਸੈੱਟ ਨੂੰ ਸਟ੍ਰਿੰਗ ਨੂੰ ਅਪਰ ਕੇਸ ਤੋਂ ਲੋਅਰ ਕੇਸ ਦੇ ਵਿੱਚ ਕਨਵਰਟ ਕਰਦੀ ਹੈ। ਹੁਣ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਇਨਕਲੂਡ stdio.h ਯੂਜ਼ ਕੀਤਾ, ਫਿਰ ctype.h, ਦੈਨ ਮੇਨ ਫੰਕਸ਼ਨ ਦੀ ਸਟਾਰਟ ਕੀਤੀ। ਇਹ ਪ੍ਰੋਗਰਾਮ ਦੇ ਹਿੰਟ ਦੇ ਵਜੋਂ ਆਪਾਂ ਦਿੱਤਾ ਹੋਇਆ ਹੈ ਕਨਵਰਟ ਇਨਪੁਟ ਟੂ ਲੋਅਰ ਕੇਸ। ਜਿਹੜੀ ਵੀ ਯੂਜ਼ਰ ਇਨਪੁਟ ਦੇਵੇਗਾ ਉਸ ਨੂੰ ਲੋਅਰ ਕੇਸ ਦੇ ਵਿੱਚ ਕਨਵਰਟ ਕਰ ਦਿੱਤਾ ਜਾਏਗਾ। ਇੰਟ c ਇੱਕ ਇੰਟੀਜਰ ਦੇ ਤੌਰ 'ਤੇ ਇਨਪੁਟ ਕੀਤਾ। ਵਾਈਲ c is equal to get character not equal to end of file। end of file ਮਤਲਬ ਕਿ ਇੱਥੇ ਹਜੇ ਇਸ ਲਾਈਨ 'ਤੇ ਫਾਈਲ ਦਾ ਐਂਡ ਨਹੀਂ ਹੁੰਦਾ, ਇਸ 'ਤੇ ਅੱਗੇ ਵੀ ਪੜ੍ਹਿਆ ਜਾਵੇ। ਪੁੱਟ ਕਰੈਕਟਰ ਟੂ ਲੋਅਰ c ਰਿਟਰਨ 0 ਵੀ ਇਸ ਫੰਕਸ਼ਨ ਦੀ ਕੋਈ ਵੀ ਵੈਲਿਊ ਰਿਟਰਨ ਨਾ ਕੀਤੀ ਜਾਵੇ। ਹੁਣ ਜਦੋਂ ਆਪਾਂ ਇਸ ਨੂੰ ਕੰਪਾਈਲ ਕਰਕੇ ਰਨ ਕਰਾਂਗੇ ਦੈਨ ਆਊਟਪੁੱਟ ਦੇ ਵਜੋਂ ਫੋਰ ਐਗਜ਼ਾਮਪਲ RAM ਕੈਪੀਟਲਸ ਦੇ ਵਿੱਚ ਲਿਖਾਂਗੇ। ਜੇ ਲਿਖਿਆ ਜਾਏਗਾ ਤਾਂ ਉਸ ਦੀ ਆਊਟਪੁੱਟ ਕੀ ਹੋਏਗੀ? ਛੋਟੇ ਅੱਖਰਾਂ ਦੇ ਵਿੱਚ ਕਨਵਰਟ ਹੋ ਜਾਏਗਾ ਰਾਮ। ਇਕੱਲਾ ਇਨਪੁਟ ਆਊਟਪੁੱਟ ਸਿੰਗਲ ਕਰੈਕਟਰ ਇਨਪੁਟ ਆਊਟਪੁੱਟ ਇਨਪੁਟ ਆਊਟਪੁੱਟ ਵਿੱਚ ਕੀਤਾ ਗਿਆ ਬੁਨਿਆਦੀ ਕੰਮ ਸਟੈਂਡਰਡ ਇਨਪੁਟ ਯੰਤਰ ਤੋਂ ਚਿੰਨ੍ਹ ਪੜ੍ਹਨਾ ਹੁੰਦਾ ਹੈ, ਜਿਵੇਂ ਕਿ ਕੀਬੋਰਡ ਅਤੇ ਆਊਟਪੁੱਟ ਦੇ ਵਜੋਂ ਸਕਰੀਨ। ਸਟੈਂਡਰਡ ਇਨਪੁਟ ਡਿਵਾਈਸ ਤੋਂ ਚਿੰਨ੍ਹ ਪੜ੍ਹਨ ਦੇ ਲਈ ਗੈਟ ਕਰੈਕਟਰ ਫੰਕਸ਼ਨ ਵਰਤੇ ਜਾਂਦੇ ਹਨ। ਹੁਣ ਇਸ ਦਾ ਸਿੰਟੈਕਸ ਧਿਆਨ ਨਾਲ ਦੇਖੋ। ਵੇਰੀਏਬਲ ਨੇਮ ਇਜ਼ ਇਕੁਅਲ ਟੂ ਗੈਟ ਕਰੈਕਟਰ। ਵੇਰੀਏਬਲ ਨਾਮ ਵਿੱਚ ਇੱਕ ਵੈਲਿਡ c ਵੇਰੀਏਬਲ ਹੈ ਜੋ ਪਹਿਲਾਂ ਹੀ ਡਿਕਲੇਅਰ ਕੀਤਾ ਜਾ ਚੁੱਕਾ ਹੈ, ਜਿਸ ਲਈ ਟਾਈਪ ਕੈਰ ਹੁੰਦੀ ਹੈ। ਫਿਰ ਉਸੇ ਤਰ੍ਹਾਂ ਇੱਕ ਮਿਸਾਲ ਆਉਂਦੀ ਹੈ ਜੋ ਕਿ ਹੈਡਰ stdi.h ਹੈਡਰ ਫਾਈਲ ਨੂੰ ਇਨਕਲੂਡ ਕਰਕੇ ਵੇਰੀਏਬਲ ਡਿਕਲੇਅਰ ਕਰਦੀ ਹੈ ਅਤੇ ਅਸੀਂ ਐਜ਼ ਏ ਗੈਟ ਕਰੈਕਟਰ ਦੀ ਵੈਲਿਊ ਯੂਜ਼ਰ ਤੋਂ ਇਨਪੁਟ ਕਰਵਾ ਰਹੇ ਹਾਂ। ਇੱਕ ਹੋਰ ਮਿਸਾਲ copy input to output after inputting single word। ਹੁਣ ਇਹ ਪ੍ਰੋਗਰਾਮ will give blank screen after execution of the program। ਜਦੋਂ ਪ੍ਰੋਗਰਾਮ ਖਤਮ ਹੋ ਜਾਏਗਾ, ਐਗਜ਼ੀਕਿਊਟ ਹੋਏਗਾ, when you enter a word it will display the same word। ਜੋ ਤੁਸੀਂ ਵਰਡ ਐਂਟਰ ਕਰੋਗੇ ਉਹੀ ਵਰਡ ਦੁਬਾਰਾ 'ਤੇ ਦਿਖਾਏਗਾ। ਧਿਆਨ ਨਾਲ ਦੇਖੋ, ਇਸ ਦੇ ਵਿੱਚ ਆਪਾਂ ਕੰਡੀਸ਼ਨਸ ਯੂਜ਼ ਕਰਦੇ ਹਾਂ ਅਤੇ ਲੂਪਸ ਯੂਜ਼ ਕਰਦੇ ਹਾਂ।
इस प्रोग्राम की एक्सप्लेनेशन एंड ऑफ फाइल किस तरीके नाल वरत्या गया है। नैक्सट समस्या, गवर्नमेंट स्कूल एक लाइन ਨੂੰ ABC ਗਵਰਨਮੈਂਟ ਸਕੂਲ ਵਜੋਂ ਪੜ੍ਹੀ ਹੈ। ਪ੍ਰੋਗਰਾਮ ਟੈਕਸਟ ਦੀ ਉਸੇ ਲਾਈਨ ABC ਗਵਰਨਮੈਂਟ ਸਕੂਲ ਨੂੰ ਸਕਰੀਨ ਤੇ ਆਊਟਪੁੱਟ ਵਿੱਚ ਦਿਖਾਉਣਾ ਚਾਹੁੰਦੀ ਹੈ। ਇਹ ਸਾਰੀਆਂ ਉਦਾਹਰਣਾਂ ਪੜ੍ਹੋ ਤੇ C ਨੂੰ ਪ੍ਰੋਗਰਾਮ ਬਣਾਓ ਤੇ ਉਹਨਾਂ ਨੂੰ ਐਗਜ਼ੀਕਿਊਟ ਕਰਕੇ ਦੇਖੋ। ਜੇ ਇਹਨਾਂ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਮੇਰੇ ਨਾਲ ਸੰਪਰਕ ਕਰੋ। ਹੁਣ ਅਸੀਂ ਪੜ੍ਹਾਂਗੇ ਸਟ੍ਰਿੰਗ ਇਨਪੁਟ ਐਂਡ ਆਊਟਪੁੱਟ। ਸਟ੍ਰਿੰਗ ਨੂੰ ਇਨਪੁੱਟ ਤੇ ਆਊਟਪੁੱਟ ਕਿੱਦਾਂ ਕੀਤਾ ਜਾ ਸਕਦਾ ਹੈ। ਗੈਟਸ ਫੰਕਸ਼ਨ ਸਟ੍ਰਿੰਗ ਨੂੰ ਸਟੈਂਡਰਡ ਇਨਪੁੱਟ ਡਿਵਾਈਸ ਤੋਂ ਮੁਕਤ ਕਰਦੀ ਹੈ, ਜਦਕਿ ਪੁਟਸ ਫੰਕਸ਼ਨ ਸਟੈਂਡਰਡ ਆਊਟਪੁੱਟ ਡਿਵਾਈਸ ਤੋਂ ਮੁਕਤ ਕਰਵਾਉਂਦੀ ਹੈ। ਗੈਟਸ ਫੰਕਸ਼ਨ ਵੱਲੋਂ ਇੱਕ ਪੈਰਾਮੀਟਰ ਵਜੋਂ ਸਟ੍ਰਿੰਗ ਦੇ ਨਾਂ ਨੂੰ ਪ੍ਰਵਾਨ ਕਰ ਲਿਆ ਜਾਂਦਾ ਹੈ ਅਤੇ ਉਸ ਨੂੰ ਕਰੈਕਟਰਸ ਦੇ ਨਾਲ ਭਰਿਆ ਜਾਂਦਾ ਹੈ, ਜਿਵੇਂ ਕਿ ਨਵੀਂ ਰੇਖਾ ਚਿੰਨ੍ਹ। ਪੁਟਸ ਫੰਕਸ਼ਨ ਵੱਲੋਂ ਸਟੈਂਡਰਡ ਸਕਰੀਨ ਤੇ ਇਸ ਦੇ ਪੈਰਾਮੀਟਰਾਂ ਦੇ ਨਾਲ ਸਟੋਰ ਕੀਤੀ ਗਈ ਵਿਸ਼ਾ ਸੂਚੀ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਗੈਟਸ ਫੰਕਸ਼ਨ ਦਾ ਸਟੈਂਡਰਡ ਰੂਪ ਹੁੰਦਾ ਹੈ ਗੈਟਸ str, ਜਿੱਥੇ str ਇੱਕ ਸਟ੍ਰਿੰਗ ਵੇਰੀਏਬਲ ਹੈ। ਸੇਮ ਉਸੇ ਤਰ੍ਹਾਂ ਹੀ ਪੁਟਸ ਕਰੈਕਟਰ ਦਾ ਸਟੈਂਡਰਡ ਰੂਪ ਹੁੰਦਾ ਹੈ ਪੁਟਸ ਸਟ੍ਰਿੰਗ, ਜਿੱਥੇ str ਇੱਕ ਸਟ੍ਰਿੰਗ ਵੇਰੀਏਬਲ ਵਜੋਂ ਦਰਸਾਇਆ ਜਾਂਦਾ ਹੈ। ਉਸੇ ਤਰ੍ਹਾਂ ਹੀ ਇਸ ਮਿਸਾਲ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਸਟੈਂਡਰਡ ਇਨਪੁੱਟ ਆਊਟਪੁੱਟ ਫੰਕਸ਼ਨ ਦੇ ਨਾਲ ਹੈਡਰ ਫਾਈਲ ਦੇ ਨਾਲ ਕਰੈਕਟਰ ਇੱਕ ਐਰੇ ਡਿਕਲੇਅਰ ਕੀਤਾ ਗਿਆ S80 ਵੈਲਿਊਜ਼ ਦਾ। printf ਦਾ ਸਟ੍ਰਿੰਗ ਟਾਈਪ ਹੈ ਸਟ੍ਰਿੰਗ ਲੈਸ ਦੈਨ 80 ਕਰੈਕਟਰਸ। ਹੁਣ ਇਹ ਸਕਰੀਨ ਤੇ ਆਊਟਪੁੱਟ ਹੋਏਗਾ। ਫਿਰ ਅਸੀਂ ਕਹਿ ਰਹੇ ਹਾਂ ਪ੍ਰੋਗਰਾਮ ਨੂੰ ਗੈਟ S, ਕਿਸ ਦੀ ਵੈਲਿਊ, S ਦੀ ਵੈਲਿਊ ਐਜ਼ ਏ ਸਟ੍ਰਿੰਗ ਦੇ ਤੌਰ ਤੇ। printf ਦਾ ਸਟ੍ਰਿੰਗ ਟਾਈਪ ਇਜ਼, ਫਿਰ ਪੁਟਸ ਸਟ੍ਰਿੰਗ ਟਾਈਪ ਦੇ ਬਾਅਦ ਹੀ ਨਾਲ ਹੀ ਉਸ ਦੀ ਵੈਲਿਊ ਆ ਜਾਏਗੀ ਜੋ ਅਸੀਂ ਸਕਰੀਨ ਤੇ ਇਨਪੁੱਟ ਕੀਤਾ ਹੈ। ਇਸੇ ਤਰ੍ਹਾਂ ਹੀ ਅਸੀਂ ਫਾਰਵਰਡ ਕਰਦੇ ਹਾਂ ਅਰਥਮੈਟਿਕ ਆਪਰੇਸ਼ਨਸ ਔਨ ਕਰੈਕਟਰਸ। ਕਰੈਕਟਰਸ ਦੇ ਉੱਤੇ ਅਸੀਂ ਅਰਥਮੈਟਿਕ ਆਪਰੇਸ਼ਨਸ ਕਿਵੇਂ ਯੂਜ਼ ਕਰ ਸਕਦੇ ਹਾਂ। ਜੋੜ ਤੋੜ, ਉਹਨਾਂ ਨੂੰ ਮੈਨੀਪੂਲੇਟ ਕਰਨਾ। ਸਿਰਫ ਇੱਕ ਸਿੰਪਲ ਐਗਜ਼ਾਮਪਲ ਨਾਲ x = ਸਿੰਗਲ ਕੋਟੇਸ਼ਨਸ a printf %d x। ਹੁਣ ਇਸ ਦੀ ਵੈਲਿਊ ਕੀ ਆਵੇਗੀ? ਸਕਰੀਨ ਤੇ 97 ਪ੍ਰਦਰਸ਼ਿਤ ਹੋਵੇਗਾ। ਕਰੈਕਟਰਸ ਦੇ ਗਣਿਤ ਆਪਰੇਸ਼ਨਸ ਕੀਤੇ ਜਾ ਸਕਦੇ ਹਨ, ਜਿਵੇਂ ਕਿ x = z - 1। ਇਹ ਵੈਲਿਡ ਸਟੇਟਮੈਂਟ ਹੈ। z ਦਾ ASCII ਮੁੱਲ 122 ਹੈ। ਜਿਵੇਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੈ, ਹਰ ਇੱਕ ਕਰੈਕਟਰ ਦੀ ਇੱਕ ASCII ਵੈਲਿਊ ਹੁੰਦੀ ਹੈ। ਉਸੇ ਅਕੋਰਡਿੰਗਲੀ ਇਹ ਮੁੱਲ ਪਿਕ ਹੋਏਗਾ। ਜਿਨ੍ਹਾਂ ਨੇ ਇਸ ਵੈਲਿਊ ਦੇ ਬਾਰੇ ਜਾਣਨਾ ਹੈ ਉਹ ਪਿਛਲੀ ਵੀਡੀਓ ਦੇ ਵਿੱਚ ਜਾ ਕੇ ਪੜ੍ਹ ਸਕਦੇ ਹਨ। ਰਿਲੇਸ਼ਨਲ ਐਕਸਪ੍ਰੈਸ਼ਨ ਵਿੱਚ ਕੌਨਸਟੈਂਟ ਚਿੰਨ੍ਹ ਵਰਤਣ ਦੀ ਸੰਭਾਵਨਾ ਹਨ। ਮਿਸਾਲ ਲਈ CH > A। ਹੁਣ ਪਲੀਜ਼ ਧਿਆਨ ਨਾਲ ਦੇਖੋ, ਇਹਨਾਂ ਸਾਰਿਆਂ ਨੂੰ ਸਿੰਗਲ ਕੋਟੇਸ਼ਨਸ ਦੇ ਵਿੱਚ ਵਰਤਿਆ ਗਿਆ ਹੈ। ਦੈਨ ਐਂਡ 2 ਵਾਰ CH। ਹੁਣ ਦੋ ਐਕਸਪ੍ਰੈਸ਼ਨਸ ਨੇ CH > A ਐਂਡ ਦੋਨਾਂ ਦੀ ਵੈਲਿਊ ਕੀ ਹੋਣੀ ਹੈ CH <= Z। ਇਹ ਦੋਨੇ ਪੂਰੀਆਂ ਹੋਣਗੀਆਂ, ਜਾਂਚ ਹੋਏਗੀ। ਸਟੋਰ ਕੀਤੇ ਗਏ ਹਨ ਕਰੈਕਟਰ ਲੋਅਰ ਕੇਸ ਅੱਖਰ ਹਨ, ਜਿਨ੍ਹਾਂ ਵਿੱਚ ਕਰੈਕਟਰ ਡਿਜਿਟਸ ਇਸ ਦੇ ਬਰਾਬਰ ਦੇ ਇੰਟੀਜਰ ਵਿੱਚ ਬਦਲਿਆ ਜਾ ਸਕਦਾ ਹੈ। ਮੰਨ ਲਓ 44 ਜੋ A ਕਰੈਕਟਰ = 1 ਦਾ ਐਕਸਪ੍ਰੈਸ਼ਨ ਹੈ, ਜਿੱਥੇ A ਨੂੰ ਇੱਕ ਇੰਟੀਜਰ ਵੇਰੀਏਬਲ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਅਤੇ ਚਿੰਨ੍ਹ ਵਿੱਚ ਮੁੱਲ 8। ਤਦ A = ASCII ਮੁੱਲ ਜੋ 8 ASCII ਵੈਲਿਊ 1 ਦੇ 56 - 49 56 - 49 = 7 ਸ਼ਾਮਿਲ ਹੁੰਦੀ ਹੈ।
ਅਸੀਂ ਅੰਕਾਂ ਦੀ ਇਸ ਸਟ੍ਰਿੰਗ ਨੂੰ ਉਹਨਾਂ ਦੇ ਬਰਾਬਰ ਇੰਟੀਜਰ ਮੁੱਲ ਵਿੱਚ ਬਦਲਣ ਲਈ C ਲਾਇਬ੍ਰੇਰੀ ਫੰਕਸ਼ਨਸ ਦੀ ਸਹਾਇਤਾ ਵੀ ਪ੍ਰਾਪਤ ਕਰ ਸਕਦੇ ਹਾਂ। x ATOI ਬ੍ਰੈਕਟ ਦੇ ਵਿੱਚ ਸਟ੍ਰਿੰਗ ਵਿੱਚ ਫੰਕਸ਼ਨ ਦੀ ਆਮ ਬਣਤਰ ਇੱਥੇ x ਇੱਕ ਇੰਟੀਜਰ ਵੇਰੀਏਬਲ ਹੈ ਅਤੇ ਸਟ੍ਰਿੰਗ ਇੱਕ ਚਿੰਨ੍ਹ ਐਰੇ ਕਰੈਕਟਰ ਹੈ ਜਿਸ ਵਿੱਚ ਅੰਕਾਂ ਦੀ ਸਟ੍ਰਿੰਗ ਸ਼ਾਮਲ ਹੁੰਦੀ ਹੈ ਅਤੇ ATOI ਇੱਕ ਫੰਕਸ਼ਨ ਹੈ ਜੋ ਸਟ੍ਰਿੰਗ ਨੂੰ ਇੰਟੀਜਰ ਵਿੱਚ ਬਦਲਦਾ ਹੈ। ਧਿਆਨ ਦੇਣ ਯੋਗ ਹੈ, ਵੈਰੀ ਇੰਪੋਰਟੈਂਟ ਕੁਐਸਚਨ। ਕਿਹੜਾ ਸਟ੍ਰਿੰਗ ਹੈ ਜੋ ਸਟ੍ਰਿੰਗ ਨੂੰ ਇੰਟੀਜਰ ਵਿੱਚ ਬਦਲਦਾ ਹੈ? ATOI। ਹੁਣ ਸਟ੍ਰਿੰਗ ਡਾਟ ਹੈਡਰ ਫਾਈਲ ਦੇ ਵਿੱਚ ਕਿਹੜੇ ਕਿਹੜੇ ਆਪਰੇਸ਼ਨ ਵਰਤੇ ਜਾ ਸਕਦੇ ਹਨ? ਉਹਨਾਂ ਦੀ ਲੰਬਾਈ ਨੂੰ, ਉਹਨਾਂ ਦੀ ਕੌਨਸਨਟ੍ਰੇਸ਼ਨ ਨੂੰ, ਦੋ ਸਟ੍ਰਿੰਗਸ ਨੂੰ ਜੋੜਨਾ, ਸਬ ਸਟ੍ਰਿੰਗਿੰਗ ਕਰਨੀ ਐਂਡ ਉਹਨਾਂ ਨੂੰ ਕਾਪੀ ਕਰਨਾ। ਪਹਿਲਾ ਸਟ੍ਰਿੰਗ ਲੈਂਥ STRLEN ਫੰਕਸ਼ਨ। ਇਹ ਫੰਕਸ਼ਨ ਸਟ੍ਰਿੰਗ ਵਿੱਚੋਂ ਚਿੰਨ੍ਹਾਂ ਦੀ ਗਿਣਤੀ ਕਰਦਾ ਹੈ ਅਤੇ ਵਾਪਸ ਕਰਦਾ ਹੈ। ਲੰਬਾਈ ਵਿੱਚ ਖਾਲੀ ਚਿੰਨ੍ਹ ਨਲ ਕਰੈਕਟਰ ਨਹੀਂ ਹੁੰਦਾ। ਇਹਨਾਂ ਦਾ ਸਿੰਟੈਕਸ ਹੈ n string length ਸਟ੍ਰਿੰਗ ਦੀ ਵੈਲਿਊ ਸੈਮੀਕੋਲਨ। ਜਿੱਥੇ n ਇੱਕ ਇੰਟੀਜਰ ਵੇਰੀਏਬਲ ਹੈ ਉਹ ਸਟ੍ਰਿੰਗ ਦੀ ਲੰਬਾਈ ਦਾ ਮੁੱਲ ਪ੍ਰਾਪਤ ਕਰਦਾ ਹੈ। ਉਸੇ ਤਰ੍ਹਾਂ ਹੀ ਨੈਕਸਟ ਮਿਸਾਲ, ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਵੇਰੀਏਬਲ ਵਰਤਿਆ ਗਿਆ ਹੈ, ਜਦੋਂ ਅਸੀਂ ਇਸ ਦੀ ਆਊਟਪੁੱਟ ਕਰਾਂਗੇ, ਮੰਨ ਲਓ ABC, ਤਾਂ ਉਸ ਦੀ ਵੈਲਿਊ ਕੀ ਆਏਗੀ? 3, ਜੋ ਕਿ ਇੱਕ ਇੰਟੀਜਰ ਵੈਲਿਊ ਦੇ ਵਿੱਚ ਜਾ ਰਹੀ ਹੈ। ਦੈਨ ਸਟ੍ਰਿੰਗ ਕੈਟੇਗਰੀ। ਜਦੋਂ ਤੁਸੀਂ ਦੋ ਸਟ੍ਰਿੰਗਸ ਨੂੰ ਮਿਲਾਉਂਦੇ ਹਾਂ ਤਾਂ ਇੱਕ ਸਟ੍ਰਿੰਗ ਦੇ ਗੁਣ ਕਿਸੇ ਹੋਰ ਸਟ੍ਰਿੰਗ ਦੇ ਅੰਤਰ ਵਿੱਚ ਜੋੜੇ ਹੁੰਦੇ ਹਨ। ਇਸ ਪ੍ਰਕਿਰਿਆ ਨੂੰ ਕਨਕੈਟੀਨੇਸ਼ਨ ਕਿਹਾ ਜਾਂਦਾ ਹੈ। ਸਟ੍ਰਿੰਗ CAT ਫੰਕਸ਼ਨ ਦੋ ਸਟ੍ਰਿੰਗਸ ਨੂੰ ਇਕੱਠੀਆਂ ਮਿਲਾਉਂਦਾ ਹੈ, ਸਟ੍ਰਿੰਗ 1 ਅਤੇ ਸਟ੍ਰਿੰਗ 2 ਨੂੰ। ਜੇ ਅਲੱਗ-ਅਲੱਗ ਲਿਖੀ ਹੋਵੇ ਤਾਂ ਉਹ ਇੱਕ ਹੋ ਜਾਵੇਗੀ। ਇਸ ਮਿਸਾਲ ਦੇ ਵਿੱਚ ਦੇਖੋ ਧਿਆਨ ਨਾਲ, ਸਟ੍ਰਿੰਗ ਯੂਜ਼ ਕਰਨ ਦੇ ਲਈ ਤੁਸੀਂ string .h ਜ਼ਰੂਰ ਵਰਤਣੀ ਹੈ। ਕਰੈਕਟਰ ਵੈਲਿਊ ਨੂੰ ਕਰੈਕਟਰ ਸਟ੍ਰਿੰਗ 1, ਸਟ੍ਰਿੰਗ 2 10 ਵੈਲਿਊ ਅਲੱਗ ਲੈਣ 'ਤੇ ਅਸੀਂ ਇੱਕ ਛੋਟਾ ਜਿਹਾ ਫੰਕਸ਼ਨ, ਇੱਕ ਪ੍ਰੋਗਰਾਮ ਤਿਆਰ ਕੀਤਾ ਹੈ। ਜਦੋਂ ਐਂਟਰ ਦਾ ਫਸਟ ਸਟ੍ਰਿੰਗ ਰਾਮ, ਪਹਿਲੀ ਸਟ੍ਰਿੰਗ ਐਂਟਰ ਕੀਤੀ, ਉਸ ਦੀ ਵੈਲਿਊ ਕੀ ਹੈ? ਰਾਮ। ਸੈਕਿੰਡ ਸਟ੍ਰਿੰਗ ਗੋਪਾਲ। ਜਦੋਂ ਤੁਸੀਂ ਐਂਟਰ ਦੱਬੋਗੇ ਤਾਂ ਉਹ ਦੋਨੇ ਇਕੱਠੇ ਹੋ ਕੇ ਸਕਰੀਨ 'ਤੇ ਦਿਖਣਗੇ। strcmp ਫੰਕਸ਼ਨ ਜੋ ਸਟ੍ਰਿੰਗਸ ਨੂੰ ਕਰੈਕਟਰ ਦੇ ਨਾਲ ਤੁਲਨਾ ਕਰਦਾ ਹੈ। ਕੰਪੈਰੀਜ਼ਨ, ਸਟ੍ਰਿੰਗ ਕੰਪੈਰੀਜ਼ਨ, ਮੁੱਲਾਂ ਦਾ ਕੀ ਕੰਪੈਰੀਜ਼ਨ ਹੈ। ਜਿੱਥੇ ਸਟ੍ਰਿੰਗ ਇੱਕ ਚਿੰਨ੍ਹ ਦਾ ਇੱਕ ਡਾਇਮੈਂਸ਼ਨਲ ਐਰੇ, ਸਟ੍ਰਿੰਗ 2 ਕਰੈਕਟਰਸ ਦੀ ਇੱਕ ਡਾਇਮੈਂਸ਼ਨਲ ਐਰੇ ਹੈ। ਇਹ ਵਾਪਸ ਭੇਜਦਾ ਹੈ -1 ਨੂੰ ਜੇਕਰ ਪਹਿਲੀ ਸਟ੍ਰਿੰਗ ਦਾ ਚਿੰਨ੍ਹ ਮੁੱਲ ASI ਦੂਜੀ ਸਟ੍ਰਿੰਗ ਦੇ ਨਾਲੋਂ ਘੱਟ ਹੈ। 0 ਵਾਪਸ ਭੇਜਦਾ ਹੈ ਬਸ਼ਰਤੇ ਕਿ ਦੋਵੇਂ ਸਟ੍ਰਿੰਗ ਬਰਾਬਰ ਹੋਣ। 1 ਵਾਪਸ ਉਦੋਂ ਭੇਜੇਗਾ ਜੇ ਸਟ੍ਰਿੰਗ ਦੇ ਚਿੰਨ੍ਹਾਂ ਦਾ ASCII ਮੁੱਲ ਦੂਜੀ ਸਟ੍ਰਿੰਗ ਨਾਲੋਂ ਵੱਡਾ ਹੁੰਦਾ ਹੈ। ਮਿਸਾਲ ABC ਐਂਡ ਲੋਅਰ ABC। ਇੱਕ ਛੋਟਾ ਜਿਹਾ ਉਦਾਹਰਣ। ਹੁਣ ਇੱਕ ਛੋਟੇ ਜਿਹੇ ਫੈਕਟਸ ਸਟ੍ਰਿੰਗਸ ਬਾਰੇ ਜਾਣੀਏ। ਲੈਸ ਦੈਨ 0 ਨੈਗੇਟਿਵ, ਸਟ੍ਰਿੰਗ ਲੈਸ ਦੈਨ ਸਟ੍ਰਿੰਗ 2। ਇਨ ਡਿਕਸ਼ਨਰੀ order string is first then string 2. 0 string 1 is identical to string 2। ਸੇਮ ਇਸੇ ਚੀਜ਼ ਨੂੰ ਸਮਝਾਇਆ ਗਿਆ ਹੈ। ਧਿਆਨ ਨਾਲ ਗੌਰ ਕਰੋ ਤੇ ਪੜ੍ਹੋ। string lower, ਇਹ ਫੰਕਸ਼ਨ ਇੱਕ ਸਟ੍ਰਿੰਗ ਦੋ ਸਮੂਹਾਂ ਚਿੰਨ੍ਹਾਂ ਨੂੰ ਐਕਸਪ੍ਰੈਸ ਤੋਂ ਲੋਅਰ ਕੇਸ ਅਪਰ ਕੇਸ ਤੋਂ ਲੋਅਰ ਕੇਸ ਦੇ ਵਿੱਚ ਬਦਲਦਾ ਹੈ। STRREV, ਇਹ ਅੱਖਰਾਂ ਨੂੰ ਉਲਟਾਉਂਦਾ ਹੈ, ਰਿਵਰਸ ਕਰਦਾ ਹੈ। ਐਜ਼ ਐਗਜ਼ਾਮਪਲ,
ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਚਲਾਓਗੇ ADDA ਦਾ ਵਰਡ ADDA ਇਜ਼ ਅ ਪਲੈਂਡਰੀਅਮ। ਪਲੈਂਡਰੀਅਮ ਉਹ ਵਰਡ ਹੁੰਦਾ ਹੈ, ਉਹ ਸ਼ਬਦ ਹੁੰਦਾ ਹੈ ਜੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸੇਮ ਅੱਖਰਾਂ ਵਾਲਾ ਹੋਵੇ ਜਦੋਂ ਉਸ ਨੂੰ ਅਸੀਂ ਰਿਵਰਸ ਦੇ ਵਿੱਚ ਲਿਖਦੇ ਹਾਂ। ਤੁਸੀਂ ਇਸ ਫੰਕਸ਼ਨ ਨੂੰ ਯੂਜ਼ ਕਰ ਸਕਦੇ ਹੋ। ਸਟ੍ਰਿੰਗ ਅਪਰ ਕੇਸ, ਲੋਅਰ ਕੇਸ, ਇਹ ਅਸੀਂ ਪਹਿਲਾਂ ਵੀ ਪੜ੍ਹਿਆ ਹੈ। ਇਹ ਕੁਛ ਇੱਕ ਪ੍ਰੋਗਰਾਮ ਹਨ, ਮਿਸਾਲਾਂ ਹਨ ਜੋ ਅਸੀਂ ਸਟ੍ਰਿੰਗਸ ਨੂੰ ਯੂਜ਼ ਕਰਕੇ ਬਣਾ ਸਕਦੇ ਹਾਂ। ਮਿਸਾਲ 2, ਪ੍ਰੋਗਰਾਮ 2। ਤੁਸੀਂ ਆਪਣੀ PDF ਫਾਈਲ ਦੇ ਵਿੱਚ